ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੇਕਰ ਤੁਸੀਂ ਇਸ ਵੀਡੀਓ ਨੂੰ ਵੇਖਣ ਸੁਣਨ ਦਾ ਫੈਸਲਾ ਲਿਆ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਬਣਨ ਦੇ ਰਾਹ ਦੇ ਉੱਤੇ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਹੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਵਿਆਖਿਆ ਕਰਨ ਦਾ ਇਹ ਉਪਰਾਲਾ ਸ਼ੁਰੂ ਕੀਤਾ ਹੈ, ਇਹ ਕਾਰਜ ਸ਼ੁਰੂ ਕੀਤਾ ਹੈ। ਇਸ ਕਾਰਜ ਨੂੰ ਅਸੀਂ ਪਹਿਲੇ ਪੇਜ ਤੋਂ ਲੈ ਕੇ ਆਖਰਲੇ ਪੇਜ ਤੱਕ ਜਾਰੀ ਰੱਖਾਂਗੇ। ਥੋੜਾ ਲੰਬਾ ਪ੍ਰੋਸੈਸ ਹੈ, ਸਮਾਂ ਲੱਗੇਗਾ, ਪਰ ਤੁਹਾਨੂੰ ਰੈਗੂਲਰ ਤੌਰ ਦੇ ਉੱਤੇ ਵੀਡੀਓਜ਼ ਮਿਲਦੀਆਂ ਰਹਿਣਗੀਆਂ। ਸੋ ਇਸ ਚੈਨਲ ਦੇ ਨਾਲ ਜ਼ਰੂਰ ਬਣੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨੋਟੀਫਿਕੇਸ਼ਨ ਵਗੈਰਾ ਦਾ ਜੋ ਬੈਲ ਹੈ ਉਹ ਕਲਿੱਕ ਕਰ ਲਿਓ। ਹੁਣ ਬਹੁਤਾ ਸਮਾਂ ਆਪਾਂ ਜਾਇਆ ਨਹੀਂ ਕਰਦੇ ਤੇ ਚੱਲਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਦੇ ਉੱਪਰ ਤੇ ਉਸ ਤੋਂ ਅਸੀਂ ਵਿਆਖਿਆ ਸ਼ੁਰੂ ਕਰਦੇ ਹਾਂ। ਸ਼ੁਰੂਆਤ ਹੁੰਦੀ ਹੈ ਮੂਲ ਮੰਤਰ ਤੋਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਅੱਗੇ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ। ਜੋ ਮੂਲ ਮੰਤਰ ਹੈ ਉਹ ਸਾਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਬਾਣੀਆਂ ਦੇ ਅੱਗੇ ਦੇਖਣ ਨੂੰ ਮਿਲੇਗਾ। ਜਿਸ ਤਰ੍ਹਾਂ ਕਿ ਆਸਾ ਦੀ ਵਾਰ ਹੈ, ਉਸ ਦੀ ਸ਼ੁਰੂਆਤ ਵੀ ਮੂਲ ਮੰਤਰ ਤੋਂ ਹੁੰਦੀ ਹੈ। ਇਹ ਜੋ ਮੂਲ ਮੰਤਰ ਹੈ ਇਹ ਜਪਜੀ ਸਾਹਿਬ ਦੀ ਬਾਣੀ ਦਾ ਹਿੱਸਾ ਨਹੀਂ ਹੈ, ਉਸ ਤੋਂ ਅਲੱਗ ਹੈ। ਇਹ ਇੱਕ ਸ਼ੁਰੂਆਤੀ ਪੰਕਤੀਆਂ ਹਨ ਜਿਹੜੀਆਂ ਕਿ ਮੰਗਲਾਚਰਨ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਇੱਕ ਜਿਵੇਂ ਕਹਿ ਦਈਏ ਕਿ ਇੱਕ ਸ਼ੁਰੂਆਤ ਕਰਨ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਤਾਂ ਇਸ ਦੇ ਅਰਥ ਕਰਦੇ ਹਾਂ ਇੱਕ ਓੰਕਾਰ। ਇਹ ਤਿੰਨ ਵੱਖਰੇ ਵੱਖਰੇ ਸ਼ਬਦ ਹਨ। ਤਿੰਨ ਵੱਖਰੇ ਵੱਖਰੇ ਸ਼ਬਦਾਂ ਨੂੰ ਇੱਕ ਸ਼ਬਦ ਦੇ ਵਿੱਚ, ਜਿਹਨੂੰ ਅਸੀਂ ਓਟ ਕਹਿ ਦਿੰਦੇ ਹਾਂ, ਉਹਦੇ ਵਿੱਚ ਭਰਿਆ ਗਿਆ ਹੈ, ਉਹਦੇ ਤੌਰ 'ਤੇ ਲਿਖਿਆ ਗਿਆ ਹੈ। ਸੋ ਇੱਕ ਦਾ ਅਰਥ ਹੈ ਇੱਕ, ਕਿ ਉਹ ਜੋ ਪਰਮਾਤਮਾ ਹੈ ਉਹ ਇੱਕ ਹੈ। ਓਂ ਦਾ ਅਰਥ ਹੈ ਇੱਕ ਅਜਿਹੀ ਹਸਤੀ ਜਿਹੜੀ ਕਿ ਕਦੇ ਵੀ ਖਤਮ ਨਹੀਂ ਹੋ ਸਕਦੀ, ਜਿਹੜੀ ਕਦੇ ਵੀ ਮਿਟ ਨਹੀਂ ਸਕਦੀ। ਅਤੇ ਕਾਰ ਦਾ ਮਤਲਬ ਹੈ ਕਿ ਜਿਹਦੇ ਵਿੱਚ ਕੋਈ ਤਬਦੀਲੀ ਵੀ ਨਹੀਂ ਆ ਸਕਦੀ। ਸੋ ਇੱਕ ਓੰਕਾਰ ਤੋਂ ਭਾਵ ਹੈ ਕਿ ਉਹ ਪਰਮਾਤਮਾ ਇੱਕ ਅਜਿਹੀ ਹਸਤੀ ਹੈ ਜਿਹੜੀ ਕਦੇ ਨਾ ਮਿਟ ਸਕਦੀ ਹੈ ਅਤੇ ਨਾ ਹੀ ਉਹਦੇ ਵਿੱਚ ਤਬਦੀਲੀ ਆ ਸਕਦੀ ਹੈ। ਇਹ ਅਕਾਲ ਪੁਰਖ ਦੀ ਜੋ ਹਸਤੀ ਹੈ ਉਹ ਕਿਸੇ ਵੀ ਤਰ੍ਹਾਂ ਦੇ ਭੈ ਤੋਂ, ਵੈਰ ਤੋਂ ਰਹਿਤ ਹੈ। ਉਸ ਦਾ ਜੋ ਸਰੂਪ ਹੈ ਉਹ ਕਾਲ ਤੋਂ ਪਰੇ ਹੈ, ਭਾਵ ਕਿ ਨਾਸ ਰਹਿਤ ਹੈ। ਅਜੂਨੀ ਸੈਭੰ ਭਾਵ ਕਿ ਜੋ ਪਰਮਾਤਮਾ ਹੈ, ਅਕਾਲ ਪੁਰਖ ਹੈ, ਉਹ ਕਿਸੇ ਵੀ ਪ੍ਰਕਾਰ ਦੀਆਂ ਜੂਨਾਂ ਦੇ ਵਿੱਚ ਨਹੀਂ ਆਉਂਦਾ। ਪ੍ਰਕਾਸ਼ ਜਿਸ ਦਾ ਕਿ ਆਪਣੇ ਆਪ ਤੋਂ ਹੀ ਹੋਇਆ ਹੈ, ਆਪਣੇ ਆਪ ਤੋਂ ਹੀ ਉਹ ਅਕਾਲ ਪੁਰਖ ਪੈਦਾ ਹੋਇਆ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਉਸ ਅਕਾਲ ਪੁਰਖ ਦੇ ਦਰਸ਼ਨ ਕਰਨ ਨੂੰ ਮਿਲਦੇ ਹਨ, ਉਸ ਅਕਾਲ ਪੁਰਖ ਦੇ ਨਾਲ ਸਾਂਝ ਪਾਉਣ ਨੂੰ ਮਿਲਦੀ ਹੈ। ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਪ ਸ਼ਬਦ ਦੇ ਨਾਲ ਗੁਰੂ ਜੀ ਜਪਜੀ ਸਾਹਿਬ ਦੀ ਬਾਣੀ ਦਾ ਆਰੰਭ ਕਰਦੇ ਹਨ ਅਤੇ ਸਾਨੂੰ ਪ੍ਰੇਰਨਾ ਵੀ ਦਿੰਦੇ ਹਨ ਕਿ ਇਹ ਬਾਣੀ ਨੂੰ ਜਪੋ। ਅੱਗੇ ਕਹਿੰਦੇ ਹਨ ਕਿ ਆਦਿ ਸੱਚ ਜੁਗਾਦ ਸੱਚ, ਕਿ ਜੋ ਅਕਾਲ ਪੁਰਖ ਹੈ ਉਹ ਮੁੱਢ ਕਦੀਮ ਤੋਂ ਮੌਜੂਦ ਹੈ ਅਤੇ ਆਉਣ ਵਾਲੇ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਜੂਦ ਰਹੇਗਾ। ਜਦੋਂ ਕੁਝ ਨਹੀਂ ਸੀ ਉਦੋਂ ਵੀ ਉਹ ਪਰਮਾਤਮਾ ਸੀ ਅਤੇ ਜਦੋਂ ਕੁਝ ਨਹੀਂ ਹੋਵੇਗਾ ਉਦੋਂ ਵੀ ਉਹ ਪਰਮਾਤਮਾ ਮੌਜੂਦ ਹੋਏਗਾ। ਉਸ ਦੀ ਹੋਂਦ ਕਦੇ ਵੀ ਖਤਮ ਹੋਣ ਵਾਲੀ ਨਹੀਂ ਹੈ। ਅੱਗੇ ਕਹਿੰਦੇ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇਸ ਪੰਕਤੀ ਬਾਰੇ ਮੈਂ ਕਈ ਵਾਰ ਲੋਕਾਂ ਤੋਂ ਸੁਣਿਆ ਹੈ। ਕਈ ਵਾਰ ਕੀ ਹੁੰਦਾ ਹੈ ਕਿ ਕੋਈ ਮਨੁੱਖ ਸੋਚਦਾ ਹੈ ਕਿ ਮੈਂ ਇਹ ਕੰਮ ਕਰ ਲਵਾਂ ਜਾਂ ਕੁਝ ਬਹੁਤ ਵੱਡਾ ਕਾਰਜ ਕਰਨ ਦੀ ਉਹ ਕੋਸ਼ਿਸ਼ ਕਰਦਾ ਹੈ ਅਤੇ ਉਹ ਨਹੀਂ ਹੁੰਦਾ ਤਾਂ ਲੋਕਾਂ ਤੋਂ, ਆਪਣੇ ਸਿਆਣੇ ਬਜ਼ੁਰਗਾਂ ਤੋਂ ਮੈਂ ਕਈ ਵਾਰ ਇਹ ਗੱਲ ਸੁਣੀ ਹੈ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਕਿ ਜੇ ਉਸ ਪਰਮਾਤਮਾ ਦੀ ਮਰਜ਼ੀ ਨਹੀਂ ਹੈ ਤਾਂ ਤੁਸੀਂ ਕੁਝ ਵੀ ਸੋਚ ਲਵੋ, ਕੁਝ ਵੀ ਕਰਨ ਦੀ ਕੋਸ਼ਿਸ਼ ਕਰ ਲਵੋ ਤਾਂ ਉਹ ਕੰਮ ਤੁਹਾਡਾ ਸਿਰੇ ਨਹੀਂ ਚੜ੍ਹ ਸਕਦਾ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਇਹ ਵਿਆਖਿਆ ਗਲਤ ਹੈ। ਅਸਲ ਦੇ ਵਿੱਚ ਸੋਚੈ ਸ਼ਬਦ ਦਾ ਅਰਥ ਇੱਥੇ ਹੈ ਸੋਚ ਰੱਖਣੀ। ਜਿਸ ਤਰ੍ਹਾਂ ਕਿ ਅਸੀਂ
ਨਹਾ ਕੇ ਆਪਦੇ ਸਰੀਰ ਨੂੰ ਸੁੱਚਾ ਕਰਦੇ ਹਾਂ, ਉਸ ਤਰ੍ਹਾਂ ਹੀ ਸੋਚਾ ਸ਼ਬਦ ਦਾ ਅਰਥ ਇੱਥੇ ਸੁੱਚ ਰੱਖਣੀ ਹੈ। ਤਾਂ ਗੁਰੂ ਜੀ ਕਹਿੰਦੇ ਹਨ ਕਿ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਕਿ ਜੇ ਮੈਂ ਲੱਖ ਵਾਰੀ ਵੀ ਆਪਦੇ ਸਰੀਰ ਨੂੰ ਪਾਣੀ ਦੇ ਨਾਲ ਧੋ ਲਵਾਂ, ਇਸ਼ਨਾਨ ਕਰ ਲਵਾਂ, ਤਾਂ ਵੀ ਮੇਰਾ ਉਹਦੇ ਨਾਲ ਮਨ ਸੁੱਚਾ ਨਹੀਂ ਹੋਣਾ। ਇਸ਼ਨਾਨ ਕਰਕੇ ਮੇਰੇ ਸਰੀਰ ਦੀ ਮੈਲ ਤਾਂ ਉਤਰ ਸਕਦੀ ਹੈ, ਮੇਰਾ ਸਰੀਰ ਸੁੱਚਾ ਹੋ ਸਕਦਾ, ਮਨ ਸੁੱਚਾ ਨਹੀਂ ਹੋ ਸਕਦਾ। ਤੇ ਦੂਜੇ ਪਾਸੇ ਕਹਿੰਦੇ ਕਿ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਕਹਿੰਦੇ ਕਿ ਜੇ ਮੈਂ ਇੱਕ ਤਾਰ ਹੋ ਕੇ ਸਮਾਧੀ ਵੀ ਲਾਈ ਰੱਖਾਂ ਤਾਂ ਵੀ ਉਸ ਤਰ੍ਹਾਂ ਚੁੱਪ ਰਹਿਣ ਨਾਲ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਤੇ ਉਸੇ ਤਰ੍ਹਾਂ ਹੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਇਨਸਾਨ ਦੀ ਫਿਤਰਤ ਹੈ ਕਿ ਜਦੋਂ ਉਹਨੂੰ ਕੋਈ ਚੀਜ਼ ਹਾਸਲ ਹੋ ਜਾਂਦੀ ਹੈ ਤਾਂ ਉਹਦੀ ਤਮਾ ਹੋਰ ਵੱਧ ਜਾਂਦੀ ਹੈ। ਜਦੋਂ ਇਨਸਾਨ ਕੋਲੇ ਕੁਝ ਨਹੀਂ ਹੁੰਦਾ ਤਾਂ ਉਹਨੂੰ ਹੁੰਦਾ ਕਿ ਮੈਨੂੰ ਘੱਟੋ ਘੱਟ ਸਾਈਕਲ ਮਿਲ ਜਾਵੇ। ਜੇ ਸਾਈਕਲ ਮਿਲ ਗਿਆ ਤਾਂ ਉਹ ਤਮਾ ਹੋਰ ਵੱਧ ਜਾਂਦੀ ਹੈ ਕਿ ਹੁਣ ਮੈਂ ਮੋਟਰਸਾਈਕਲ ਲੈ ਲਵਾਂ, ਫਿਰ ਕਾਰ, ਫਿਰ ਘਰ। ਤਾਂ ਗੁਰੂ ਜੀ ਕਹਿੰਦੇ ਕਿ ਜਿੰਨਾ ਚਿਰ ਤੁਹਾਡੀ ਜਦੋਂ ਤੱਕ ਤੁਸੀਂ ਤ੍ਰਿਸ਼ਨਾ ਦੇ ਅਧੀਨ ਹੋ, ਜਦੋਂ ਤੱਕ ਤੁਹਾਡੀ ਤਮਾ ਨਹੀਂ ਭਰਦੀ, ਫਿਰ ਤੁਸੀਂ ਭਾਵੇਂ ਦੁਨੀਆ ਭਰ ਦੇ ਭਾਵਨਾ ਦੇ ਪਦਾਰਥਾਂ ਦੇ ਢੇਰ ਵੀ ਤੁਹਾਨੂੰ ਮਿਲ ਜਾਣ, ਤੁਹਾਡੀ ਤ੍ਰਿਸ਼ਨਾ ਤਾਂ ਵੀ ਨਹੀਂ ਬੁਝਣੀ। ਪਰ ਜੇਕਰ ਤੁਹਾਡੇ 'ਚ ਸਬਰ ਹੈ ਤਾਂ ਤੁਸੀਂ ਕਿਸੇ ਵੀ ਚੀਜ਼ 'ਤੇ ਖੁਸ਼ ਹੋ ਜਾਓਗੇ। ਤੁਹਾਨੂੰ ਕੋਈ ਬਹੁਤ ਵੱਡੀਆਂ ਕਾਰਾਂ ਦੀ ਜਾਂ ਬਹੁਤ ਵੱਡੇ ਘਰਾਂ ਦੀ ਵੀ ਲੋੜ ਨਹੀਂ ਹੈ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਤੇ ਕਹਿੰਦੇ ਕਿ ਜੇ ਮੇਰੇ ਵਿੱਚ ਲੱਖਾਂ ਹੀ ਚਤੁਰਾਈਆਂ ਹੋਣ ਤਾਂ ਅੰਤ ਵੇਲੇ ਉਹਨਾਂ ਚਤੁਰਾਈਆਂ ਦੇ ਵਿੱਚੋਂ ਮੇਰੇ ਨਾਲ ਇੱਕ ਵੀ ਨਹੀਂ ਜਾਂਦੀ। ਜਦੋਂ ਮੇਰਾ ਅੰਤ ਆਉਣਾ ਹੈ, ਜਦੋਂ ਮੈਂ ਇਸ ਦੁਨੀਆ ਤੋਂ ਜਾਣਾ ਹੈ, ਕੋਈ ਵੀ ਚਤੁਰਾਈ ਮੇਰੇ ਨਾਲ ਖੜ ਨਹੀਂ ਸਕਦੀ, ਕੋਈ ਵੀ ਮੇਰੀ ਚਤੁਰਾਈ ਮੈਨੂੰ ਇਸ ਦੁਨੀਆ ਤੋਂ ਜਾਣ ਤੋਂ ਰੋਕ ਨਹੀਂ ਸਕਦੀ। ਜਦੋਂ ਉਸ ਅਕਾਲ ਪੁਰਖ ਦਾ ਹੁਕਮ ਹੋ ਗਿਆ ਕਿ ਤੂੰ, ਤੇਰੇ ਸਵਾਸਾਂ ਦੀ ਜਿਹੜੀ ਪੂੰਜੀ ਆ ਉਹ ਖਤਮ ਹੋ ਗਈ ਤੇ ਤੂੰ ਇਸ ਦੁਨੀਆ ਤੋਂ ਹੁਣ ਜਾਣਾ ਹੈ, ਤਾਂ ਮੇਰੀ ਕੋਈ ਵੀ ਚਤੁਰਾਈ ਉੱਥੇ ਕੰਮ ਨਹੀਂ ਕਰੂਗੀ, ਮੈਨੂੰ ਇਸ ਦੁਨੀਆ ਤੋਂ ਜਾਣਾ ਹੀ ਪਏਗਾ। ਤਾਂ ਹੁਣ ਇੱਥੇ ਗੁਰੂ ਜੀ ਸਵਾਲ ਪੁੱਛਦੇ ਹਨ ਕਿ ਕਿਵ ਸੱਜਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿ ਫਿਰ ਮੈਂ ਉਸ ਪਰਮਾਤਮਾ ਦੇ ਨਾਲ ਸਾਂਝ ਕਿਵੇਂ ਬਣਾਵਾਂ। ਮੇਰੇ ਦਿਲ ਦੇ ਅੰਦਰ, ਮੇਰੇ ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਦਾ ਪ੍ਰਕਾਸ਼ ਕਿਵੇਂ ਹੋਵੇ। ਮੇਰੀ ਅਕਲ ਦੇ ਉੱਤੋਂ ਕੂੜ ਦਾ ਜਿਹੜਾ ਪਰਦਾ ਪਿਆ ਹੋਇਆ, ਕਿਵ ਕੂੜਾ ਟੁੱਟੈ ਪਾਲ, ਕਿ ਕੂੜ ਦਾ ਪਰਦਾ ਜਿਹੜੇ ਮੇਰੇ ਅਕਲ 'ਤੇ ਪਿਆ ਹੋਇਆ ਹੈ ਉਹ ਕਿਵੇਂ ਟੁੱਟ ਸਕਦਾ। ਤੇ ਗੁਰੂ ਜੀ ਆਨਸਰ ਵੀ ਦਿੰਦੇ ਹਨ, ਸਵਾਲ ਦਾ ਉੱਤਰ ਵੀ ਦਿੰਦੇ ਹਨ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਜਦੋਂ ਤੋਂ ਇਹ ਜਗਤ ਬਣਿਆ ਹੈ ਉਦੋਂ ਤੋਂ ਹੀ ਇਹ ਵਿਧੀ ਚੱਲੀ ਆ ਰਹੀ ਹੈ ਕਿ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਤੁਰ ਕੇ ਹੀ ਅਸੀਂ ਉਹਦੇ ਨਾਲ ਸਾਂਝ ਪਾ ਸਕਦੇ ਹਾਂ। ਹੋਰ ਕੋਈ ਵੀ ਤਰੀਕਾ ਨਹੀਂ ਹੈ। ਤੁਸੀਂ ਭਾਵੇਂ ਤੀਰਥਾਂ 'ਤੇ ਨਹਾ ਲਵੋ, ਤੁਸੀਂ ਸਮਾਧੀਆਂ ਲਾ ਲਵੋ, ਕੋਈ ਵੀ ਕਰਮ ਕਾਂਡ ਜਿਹੜੇ ਹਨ ਦੁਨੀਆ ਨੇ ਬਣਾਏ ਹੋਏ ਉਹ ਕਰ ਲਵੋ, ਉਹਨਾਂ ਸਭ ਨਾਲ ਵੀ ਤੁਸੀਂ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾ ਸਕਦੇ। ਉਸ ਅਕਾਲ ਪੁਰਖ ਦੇ ਨਾਲ ਸਾਂਝ ਪਾਉਣ ਦਾ ਇੱਕੋ ਇੱਕ ਤਰੀਕਾ ਕਿ ਉਹਦੇ ਹੁਕਮ ਦੇ ਵਿੱਚ ਤੁਰੋ, ਜੋ ਵੀ ਉਹਦੇ ਹੁਕਮ ਅਨੁਸਾਰ ਹੋ ਰਿਹਾ ਉਸ ਨੂੰ ਮੰਨ ਲਵੋ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੂਝੈ ਤਾਂ ਹਉਮੈ ਕਹੇ ਨਾ ਕੋਏ। ਕਹਿੰਦੇ ਕਿ ਜੋ ਵੀ ਇਸ ਦੁਨੀਆ ਦੇ ਉੱਤੇ ਜੀਵ ਬਣਦੇ ਹਨ, ਸਿਰਫ ਮਨੁੱਖਾਂ ਦੀ ਗੱਲ ਨਹੀਂ ਹੈ, ਕੀਟ ਪਤੰਗੇ ਪਸ਼ੂ ਸਭ ਤਰ੍ਹਾਂ ਦੇ ਜੀਵ ਜਦੋਂ ਇਸ ਦੁਨੀਆ ਦੇ ਉੱਤੇ ਬਣਦੇ ਹਨ, ਈਵਨ ਕਿ ਪੌਦੇ ਵੀ, ਉਹ ਸਭ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਬਣਦੇ ਹਨ। ਅਤੇ ਉਹ ਹੁਕਮ ਕਿਹੋ ਜਿਹਾ ਹੈ ਉਹਨੂੰ ਅਸੀਂ ਦੱਸ ਨਹੀਂ ਸਕਦੇ, ਉਸ ਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮਦੇ ਹਨ ਅਤੇ ਉਹਦੇ ਹੁਕਮ ਅਨੁਸਾਰ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਅਤੇ ਉਹਦੇ ਆਪ ਦੇ ਦਰ ਦੇ ਉੱਤੇ ਸ਼ੋਭਾ ਪਾਉਂਦੇ ਹਨ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ, ਕਿ ਉਹਦੇ ਹੁਕਮ ਅਨੁਸਾਰ ਹੀ ਕਈ ਮਨੁੱਖ ਚੰਗੇ ਬਣ ਜਾਂਦੇ ਹਨ, ਉੱਤਮ ਬਣ ਜਾਂਦੇ ਹਨ, ਅਤੇ ਕਈ ਨੀਚ ਜਾਣੀ ਕਿ ਭੈੜੇ ਬਣ ਜਾਂਦੇ ਹਨ। ਉਹਦੇ ਹੁਕਮ ਵਿੱਚ ਹੀ, ਆਪਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਮਨੁੱਖ ਨੂੰ ਦੁੱਖ ਅਤੇ ਸੁੱਖ ਮਿਲਦੇ ਹਨ। ਹੁਕਮ ਵਿੱਚ ਹੀ ਕਦੀ ਮਨੁੱਖਾਂ ਉੱਤੇ ਉਸ ਅਕਾਲ ਪੁਰਖ ਦੇ ਦਰ ਤੋਂ ਬਖਸ਼ਿਸ਼ ਹੋ ਜਾਂਦੀ ਹੈ ਅਤੇ ਕਦੀ ਮਨੁੱਖ ਜੋ ਹੈ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਤੋ ਸਾਰੀਆਂ ਵੱਖ-ਵੱਖ ਗੱਲਾਂ ਗੁਰੂ ਜੀ ਨੇ ਸਾਨੂੰ ਦੱਸੀਆਂ ਹਨ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਕਿ ਜੋ ਵੀ ਇਸ ਦੁਨੀਆ ਦੇ ਉੱਤੇ ਚੱਲ ਰਿਹਾ ਹੈ, ਜਿੰਨੇ ਵੀ ਜੀਵ ਇਸ ਦੁਨੀਆ ਦੇ ਉੱਤੇ ਮੌਜੂਦ ਹਨ, ਸਾਰੇ ਦੇ ਸਾਰੇ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹਨ, ਉਸ ਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦੇ। ਅਤੇ ਜੇ
ਕਿਸੇ ਮਨੁੱਖ ਨੂੰ ਉਸ ਦੇ ਹੁਕਮ ਦੀ ਸਮਝ ਪੈ ਜਾਏ ਤਾਂ ਉਹ ਸਵਾਰਥੀ ਜੀਵਨ ਛੱਡ ਦਿੰਦਾ ਹੈ। ਉਸ ਦੇ ਅੰਦਰੋਂ ਸਵਾਰਥ ਖਤਮ ਹੋ ਜਾਂਦਾ ਹੈ, ਉਹਦੀ ਤਮਾ ਪ੍ਰਸੰਨ ਹੋ ਜਾਂਦੀ ਹੈ, ਉਹਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ। ਗਾਵੈ ਸ਼ਬਦ ਦਾ ਜੋ ਇੱਥੇ ਅਰਥ ਹੈ ਉਹ ਹੈ ਕੋਈ ਮਨੁੱਖ, ਇੱਕ ਮਨੁੱਖ ਦੀ ਥਾਂ ਤੇ ਗਾਵੈ ਸ਼ਬਦ ਵਰਤਿਆ ਗਿਆ ਹੈ ਕਿ ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਕਿ ਜਿਹੜੇ ਮਨੁੱਖ ਦੇ ਵਿੱਚ ਸਮਰੱਥਾ ਹੁੰਦੀ ਹੈ ਤਾਂ ਉਹ ਉਸ ਰੱਬ ਦੇ ਗੁਣ ਗਾਉਂਦਾ ਹੈ, ਉਸ ਪਰਮਾਤਮਾ ਦੀ, ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਾ ਹੈ, ਉਸ ਅਕਾਲ ਪੁਰਖ ਦੇ ਉਹਨਾਂ ਕੰਮਾਂ ਬਾਰੇ ਲੋਕਾਂ ਨੂੰ ਦੱਸਦਾ ਹੈ ਜਿਨ੍ਹਾਂ ਤੋਂ ਕਿ ਉਸ ਅਕਾਲ ਪੁਰਖ ਦੀ ਵੱਡੀ ਸ਼ਖਸੀਅਤ ਦਾ ਅੰਦਾਜ਼ਾ ਲਾਇਆ ਜਾ ਸਕੇ। ਜਿਸ ਤਰ੍ਹਾਂ ਕਿ ਅਸੀਂ ਕਹਿ ਦਈਏ ਕਿ ਉਹ ਪਰਮਾਤਮਾ ਇਸ ਧਰਤੀ ਨੂੰ ਘੁਮਾ ਰਿਹਾ ਹੈ। ਹੁਣ ਧਰਤੀ ਨੂੰ ਘੁਮਾਉਣਾ ਕਿਸੇ ਇਨਸਾਨ ਦੇ ਵੱਸ ਦੀ ਗੱਲ ਨਹੀਂ। ਸਾਰੀ ਦੁਨੀਆ ਦੇ ਇਨਸਾਨ ਵੀ ਸ਼ਾਇਦ ਮਿਲ ਕੇ ਇਹ ਕੋਸ਼ਿਸ਼ ਕਰਨ ਤਾਂ ਵੀ ਉਹ ਕੰਮ ਨਹੀਂ ਕਰ ਸਕਦੇ, ਪਰ ਸਿਰਫ ਉਹ ਅਕਾਲ ਪੁਰਖ ਕਰ ਸਕਦਾ ਹੈ, ਇਹ ਕੁਦਰਤ ਕਰ ਸਕਦੀ ਹੈ। ਤਾਂ ਉੱਥੋਂ ਉਸ ਅਕਾਲ ਪੁਰਖ ਦੀ, ਉਸ ਕੁਦਰਤ ਦੀ ਇੱਕ ਵੱਡੀ ਝਲਕ ਪੈਦਾ ਹੁੰਦੀ ਹੈ ਕਿ ਉਹ ਇੱਕ ਬਹੁਤ ਵੱਡੀ, ਬਹੁਤ ਤਾਕਤਵਰ ਸ਼ਖਸੀਅਤ ਹੈ ਜਿਸ ਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ। ਤਾਂ ਗੁਰੂ ਜੀ ਕਹਿੰਦੇ ਹਨ ਕਿ ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਕਿ ਜੇ ਕਿਸੇ ਮਨੁੱਖ 'ਚ ਸਮਰੱਥਾ ਹੁੰਦੀ ਹੈ ਤਾਂ ਉਹ ਉਸ ਪਰਮਾਤਮਾ ਦੇ ਗੁਣਗਾਨ ਉਸ ਤਰ੍ਹਾਂ ਕਰਦਾ ਹੈ। ਗਾਵੈ ਕੋ ਦਾਤ ਜਾਣੈ ਨੀਸਾਨ, ਕੋਈ ਮਨੁੱਖ ਉਸ ਪਰਮਾਤਮਾ ਦੀਆਂ ਦਾਤਾਂ ਨੂੰ ਗਾਉਂਦਾ ਹੈ ਕਿ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਮੈਨੂੰ ਇਹ ਚੀਜ਼ ਹਾਸਲ ਹੋਈ ਹੈ। ਉਹ ਉਸ ਪਰਮਾਤਮਾ ਵੱਲੋਂ ਮਿਲੀਆਂ ਹੋਈਆਂ ਦਾਤਾਂ ਨੂੰ ਉਸ ਪਰਮਾਤਮਾ ਦੀ ਰਹਿਮਤ ਸਮਝਦਾ ਹੈ। ਗਾਵੈ ਕੋ ਗੁਣ ਵਡਿਆਈਆਂ ਚਾਰ, ਤੇ ਕੋਈ ਮਨੁੱਖ ਉਸ ਪਰਮਾਤਮਾ ਦੇ ਸੋਹਣੇ ਗੁਣ ਗਾਉਂਦਾ ਹੈ, ਉਹਦੀਆਂ ਸੋਹਣੀਆਂ ਵਡਿਆਈਆਂ ਕਰਦਾ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਤੇ ਕਈ ਜੋ ਗਿਆਨਵਾਨ ਮਨੁੱਖ ਹੁੰਦੇ ਹਨ ਉਹ ਉਸ ਵਿਦਿਆ ਦੇ ਬਲ ਨਾਲ ਉਸ ਅਕਾਲ ਪੁਰਖ ਦੇ ਕਠਨ ਗਿਆਨ ਨੂੰ, ਯਾਨੀ ਕਿ ਔਖੇ ਗਿਆਨ ਨੂੰ ਗਾਉਂਦੇ ਹਨ। ਸ਼ਾਸਤਰਾਂ ਆਦਿ ਦੀ ਮਦਦ ਦੇ ਨਾਲ ਉਹ ਉਸ ਅਕਾਲ ਪੁਰਖ ਦੇ ਵਿਸ਼ਿਆਂ ਦੇ ਉੱਤੇ, ਵੱਖ-ਵੱਖ ਸਬਜੈਕਟਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਹਨ। ਤੇ ਅੱਗੇ ਕਹਿੰਦੇ ਕਿ ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ, ਕਿ ਕਈ ਮਨੁੱਖ ਇਸ ਤਰ੍ਹਾਂ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਨ ਕਿ ਅਕਾਲ ਪੁਰਖ ਹੈ ਜੋ ਉਹ ਸਰੀਰਾਂ ਨੂੰ ਬਣਾਉਂਦਾ ਹੈ ਤੇ ਸਰੀਰਾਂ ਨੂੰ ਸੁਆਹ ਕਰ ਦਿੰਦਾ ਹੈ। ਤੇ ਕਈ ਲੋਕ ਇਸ ਤਰ੍ਹਾਂ ਗਾਉਂਦੇ ਹਨ ਕਿ ਜੋ ਅਕਾਲ ਪੁਰਖ ਹੈ ਉਹ ਇੱਕ ਸਰੀਰ ਦੇ ਵਿੱਚੋਂ ਜਿੰਦ ਕੱਢ ਕੇ ਦੂਸਰੇ ਸਰੀਰ ਦੇ ਵਿੱਚ ਪਾ ਦਿੰਦਾ ਹੈ। ਸੋ ਦੋ ਵੱਖੋ-ਵੱਖ ਫਿਲਾਸਫੀਆਂ ਹਨ। ਸੋ ਹੁਣ ਤੱਕ ਜੋ ਅਸੀਂ ਵਿਆਖਿਆ ਕਰ ਚੁੱਕੇ ਹਾਂ, ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪੰਨੇ ਦੇ ਉੱਤੇ ਮੌਜੂਦ ਹੈ। ਪਹਿਲੇ ਪੰਨੇ ਦੀ ਵਿਆਖਿਆ ਅਸੀਂ ਕਰ ਲਈ ਹੈ। ਇਸ ਤੋਂ ਅਗਲੇ ਪੰਨਿਆਂ ਦੀ ਵਿਆਖਿਆ ਸਾਡੇ ਇਸ ਚੈਨਲ ਦੇ ਉੱਤੇ ਮੌਜੂਦ ਹੈ, ਤੁਸੀਂ ਉਸ ਨੂੰ ਵੇਖ ਸਕਦੇ ਹੋ, ਸੁਣ ਸਕਦੇ ਹੋ, ਸਮਝ ਸਕਦੇ ਹੋ। ਤੇ ਜੇਕਰ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ਅੰਗ ਨਾ ਕਹਿ ਕੇ ਪੰਨੇ ਕਿਉਂ ਕਹਿ ਰਹੇ ਹਾਂ, ਤਾਂ ਉਸ ਦੀ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਪਾਈ ਹੋਈ ਹੈ, ਜਿਸ ਦਾ ਲਿੰਕ ਕਿ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਉੱਥੇ ਜਾ ਕੇ ਉਸ ਵੀਡੀਓ ਨੂੰ ਸੁਣ ਸਕਦੇ ਹੋ। ਅਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਹਨ ਉਹਨਾਂ ਨੂੰ ਪੰਨੇ ਹੀ ਕਹਿਣਾ ਜਾਇਜ਼ ਹੈ। ਸੋ ਇਹ ਸੰਗ ਦੀ ਵਿਆਖਿਆ ਦੀ ਇਸ ਵੀਡੀਓ ਦੀ ਅਸੀਂ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ। ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।